ਮੈਨੇਜਿੰਗ ਡਾਇਰੈਕਟਰ ਫਲਾਈ ਅਬਰੋਡ। ਅੱਜ ਅੰਮ੍ਰਿਤਸਰ ਹੈਡ ਬ੍ਰਾਂਚ ਤੋਂ ਅੱਜ ਅਸੀਂ ਇੱਥੇ ਲਾਈਵ ਹੋਏ ਹਾਂ। ਜਿਵੇਂ ਕਿ 2 ਦਿਨ ਪਹਿਲਾਂ ਮੈਂ ਪੋਸਟ ਪਾਈ ਸੀ, ਮੇਰੇ ਨਾਲ ਕੈਂਸਲੇ ਕਾਲਜ ਜਿਹੜੇ ਕਿ ਕਿਊਬਿਕ ਮੌਡਿਊਲ ਦੇ ਵਿੱਚ ਹੈ ਤੇ ਉਹਨਾਂ ਦੇ ਨਵਪ੍ਰੀਤ ਸਿੰਘ ਜਿਹੜੇ ਕਿ ਰੀਜਨਲ ਮੈਨੇਜਰ ਨੇ ਆਪਣਾ ਬਿਜ਼ਨਸ ਡਿਵੈਲਪਮੈਂਟ ਆਫਿਸਰ ਫॉर ਕੈਂਸਲੇ ਕਾਲਜ ਸਾਡੇ ਨਾਲ ਅੱਜ ਇੱਥੇ ਪਹੁੰਚ ਚੁੱਕੇ ਨੇ ਤੇ ਅੱਜ ਇਹਨਾਂ ਨੇ ਤੁਹਾਨੂੰ ਬਹੁਤ ਅੱਛੀ ਲੇਟੈਸਟ ਇਨਫੋਰਮੇਸ਼ਨ ਤੁਹਾਨੂੰ ਦੇਣੀ ਹੈ ਇਸ ਕਾਲਜ ਦੇ ਬਾਰੇ ਕਿ ਇਸ ਕਾਲਜ ਵਿੱਚ ਕਿਹੜੇ ਪ੍ਰੋਗਰਾਮਸ ਨੇ, ਕੀ ਇਸ ਦੀ ਰਿਕੁਆਇਰਮੈਂਟਸ ਹੋਣਗੀਆਂ, ਕੀ ਇਸ ਦੇ ਵਿੱਚ ਐਪਲੀਕੇਸ਼ਨ ਫੀ ਵੇਵਰ ਹੋਏਗੀ ਤੇ ਕੀ ਫੀ ਸਟਰਕਚਰ ਹੋਏਗਾ ਤੇ ਕਿਹੜੇ ਇਨਟੇਕਸ ਅਵੇਲੇਬਲ ਨੇ। ਤੇ ਆਓ ਆਪਾਂ ਗੱਲ ਕਰੀਏ ਨਵਪ੍ਰੀਤ ਸਿੰਘ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਨਵਪ੍ਰੀਤ ਸਿੰਘ ਕੈਂਸਲੇ ਕਾਲਜ ਮੌਂਟਰੀਅਲ ਤੋਂ। ਸੋ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ, ਕੈਂਸਲੇ ਕਾਲਜ ਇੱਕ ਮੌਂਟਰੀਅਲ ਕਿਊਬਿਕ ਦੇ ਵਿੱਚ ਸਾਡਾ ਕੈਂਪਸ ਹੈ। ਕੈਂਪਸ ਸ਼ਰਬੁਕ ਸਟਰੀਟ ਤੇ ਹੈ। ਸੋ ਸਭ ਤੋਂ ਵੱਡਾ ਜਿਹੜਾ ਕੈਂਪਸ ਹੈਗਾ, ਕੈਂਪਸ ਦੇ ਵਿੱਚ ਜਿਹੜੇ ਆਪਾਂ ਕੋਰਸਿਸ ਸਟਾਰਟ ਕਰੇ ਹੋਏ ਨੇ ਉਹ ਸਾਈਬਰ ਸਿਕਿਉਰਿਟੀ, ਐਥੀਕਲ ਹੈਕਿੰਗ ਐਂਡ ਦੂਸਰਾ ਕੋਰਸ ਜਿਹੜਾ ਹੈਗਾ ਸਾਡੇ ਕੋਲ ਸੌਫਟਵੇਅਰ ਕੁਆਲਿਟੀ ਅਸ਼ੋਰੈਂਸ ਦੇ ਨਾਲ ਅਸੀਂ 2 ਕੋਰਸ 2 ਈਅਰ ਡਿਪਲੋਮਾ ਸਟਾਰਟ ਕੀਤਾ ਹੋਇਆ ਹੈ। ਸੋ ਨੈਕਸਟ ਜਿਹੜੇ ਆਪਾਂ ਕੋਰਸਿਸ ਦੇ ਸਟਾਰਟ ਕੀਤੇ ਹੋਏ ਨੇ, ਇਹਨਾਂ ਦੀ ਫੀਸ ਸਟਰਕਚਰ ਦਾ 2 ਸਾਲ ਦੇ ਡਿਪਲੋਮੇ ਦੀ ਫੀਸ ਰੱਖੀ ਹੋਈ ਹੈ $24,000 ਕੈਨੇਡੀਅਨ ਡਾਲਰ। यू कैन इवन पे आप 12,000 कनेडियन डॉलर फीस पे करके आप 1 ईयर की फीस पे करके आप स्टार्ट कर सकते हो कोर्स को। एंड द अदर थिंग इज जो हम मेजर थिंग्स होती है कैंसले कॉलेज आपने किसी कॉलेज मॉन्ट्रियल में लेना है तो DLI नंबर चाहिए। सो वी आर अप्रूव्ड विद DLI नंबर। एंड द अदर थिंग PSW पोस्ट स्टडी वर्क परमिट वो भी अवेलेबल है, कॉलेज की जो स्टडी है उस पर अवेलेबल है। ओके सर, एप्लीकेशन फी वेवर हैगी है, ਤੁਸੀਂ ਕਿਹੜੇ ਇਨਟੇਕ ਲਈ ਵੇਵਰ ਕੀਤੀ ਹੈ ਮੇਰੇ ਇੱਥੇ ਵਿਊਜ਼ ਨੂੰ ਪਲੀਜ਼ ਦੱਸ ਦਿਓ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਪਏ ਸੀ ਕਿ ਸਾਡੇ ਕੋਲ 4 ਇਨਟੇਕਸ ਨੇ, ਜਨਵਰੀ, ਮਾਰਚ, ਮਈ ਐਂਡ ਸਤੰਬਰ। ਜਿਹੜੀ ਐਪਲੀਕੇਸ਼ਨ ਵੇਵਰਸ ਕੀਤੀ ਹੋਈ ਹੈ ਅਸੀਂ ਮਈ ਡੇ ਤੱਕ ਅਸੀਂ ਐਪਲੀਕੇਸ਼ਨ ਫੀ ਜਿਹੜੀ ਵੇਵ ਕੀਤੀ ਹੋਈ ਹੈ। 2 ਇਨਟੇਕਸ ਨੇ, ਮਾਰਚ ਔਰ ਮਈ ਇਨਟੇਕ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀ ਕੋਈ ਨਹੀਂ ਲੱਗੇਗੀ। ਔਰ ਜਿਵੇਂ ਕਿ ਨਵਪ੍ਰੀਤ ਜੀ ਨੇ ਇੱਥੇ ਦੱਸਿਆ ਕਿ ਇੱਥੇ ਪੋਸਟ ਸਟੱਡੀ ਵਰਕ ਪਰਮਿਟ ਵੀ ਅਵੇਲੇਬਲ ਹੈਗਾ ਵਾ। 2 ਪ੍ਰੋਗਰਾਮਸ ਨੇ, ਦੋਨਾਂ ਦੇ ਵਿੱਚ ਜਿਹੜਾ ਹੈਗਾ ਵਾ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਸਟੂਡੈਂਟਸ ਨੂੰ ਇੱਥੇ ਮਿਲੇਗਾ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ, ਐਡਮਿਸ਼ਨਸ ਹੋ ਜਾਂਦੀਆਂ ਨੇ, ਵੀਜ਼ਾਸ ਵੀ ਸਟੂਡੈਂਟਸ ਦੇ ਆ ਜਾਂਦੇ ਆ ਬਟ ਉਹਨਾਂ ਨੂੰ ਵਰਕ ਪਰਮਿਟ ਦੀ ਦਿੱਕਤ ਆਉਂਦੀ ਹੈ। ਬਟ ਇਸ ਕਾਲਜ ਦੇ ਵਿੱਚ ਸਾਨੂੰ ਵਰਕ ਪਰਮਿਟ ਵੀ ਮਿਲ ਰਿਹਾ ਵਾ ਔਰ DLI ਅਪਰੂਵਡ ਹੈ ਜਿਹੜਾ ਕਿ ਡੈਸਿਗਨੇਟਿਡ ਲਰਨਿੰਗ ਇੰਸਟੀਚਿਊਟ ਤੋਂ ਅਪਰੂਵਲ ਹੈਗੀ ਹੈ। ਔਰ ਆਪਾਂ ਇੱਥੇ ਗੱਲ ਕਰਾਂਗੇ ਸਰ ਕਿ ਜਿਵੇਂ 2 ਇਅਰਸ ਦੇ ਪ੍ਰੋਗਰਾਮ ਨੇ UG ਵਿੱਚ ਵੀ ਤੇ PG ਵਿੱਚ, ਤੇ ਇਹ ਜਿਹੜੇ ਪ੍ਰੋਗਰਾਮਸ ਨੇ ਉਹ ਤੁਸੀਂ ਥੋੜਾ ਹੋਰ ਇਲੈਬੋਰੇਟ ਕਰੋ ਕਿ ਇਹਨਾਂ ਦੇ ਬੈਨੀਫਿਟਸ ਕੀ ਨੇ ਤੇ ਕਿਹੜੀ ਸਟਰੀਮ ਵਾਲੇ ਬੱਚੇ ਇਸ ਪ੍ਰੋਗਰਾਮ ਨੂੰ ਆਪਟ ਕਰ ਸਕਦੇ ਨੇ ਤੇ ਐਡਮਿਸ਼ਨ ਲੈ ਸਕਦੇ ਨੇ। ਜਿੱਦਾਂ ਕਿ ਸਾਡਾ ਜਿਹੜਾ ਇੱਕ ਕੋਰਸ ਹੈਗਾ ਸਾਈਬਰ ਸਿਕਿਉਰਿਟੀ ਐਂਡ ਐਥੀਕਲ ਹੈਕਿੰਗ ਦਾ, ਜਿਹੜੀ ਸਭ ਤੋਂ ਵਧੀਆ ਗੱਲ ਹੈ ਮੌਂਟਰੀਅਲ ਕਿਊਬਿਕ ਦੇ ਵਿੱਚ ਤੁਹਾਡੇ ਕੋਲ ਕਿਸੇ ਵੀ ਕਾਲਜ ਕੋਲ ਇਹ ਕੋਰਸ ਹੈ ਹੀ ਨਹੀਂ। ਫਸਟ ਥਿੰਗ, ਕਿਸੇ ਕਾਲਜ ਕੋਲ ਤੁਹਾਨੂੰ ਸਾਈਬਰ ਸਿਕਿਉਰਿਟੀ ਐਥੀਕਲ ਹੈਕਿੰਗ ਨਹੀਂ ਮਿਲਦਾ ਹੈਗਾ। ਐਂਡ ਜੇਕਰ ਆਪਾਂ ਗੱਲ ਕਰੀਏ ਕਿ ਕਿਹੜੇ ਬੱਚੇ ਨੂੰ ਕੋਰਸ ਨੂੰ ਲੈ ਸਕਦੇ ਨੇ, ਸੋ ਇਟਸ ਅ ਡਿਪਲੋਮਾ ਕੋਰਸ। ਕੋਈ ਵੀ ਬੱਚਾ ਨੂੰ ਚੂਜ਼ ਕਰ ਸਕਦਾ ਹੈ। ਉਹ ਮੈਥ ਜਾਂ ਕੋਈ ਕੰਪਿਊਟਰ ਮੈਂਡੇਟਰੀ ਨਹੀਂ ਰੱਖਿਆ ਹੋਇਆ ਸੀ। डिप्लोमा कोर्स है, कोई भी चूज करके अपना फ्यूचर ब्राइट कर सकता है। लेकिन अगर किसी की बेसिक नॉलेज किसी ने कंप्यूटर ਵਿੱਚ ਨਹੀਂ ਹੋ, ਬੱਚਾ ਕਿਵੇਂ ਇਸ ਕੋਰਸ ਨੂੰ ਕਰ ਪਾਏਗਾ ਸਰ? ਥਿੰਗ ਇਜ਼ ਕਿ ਜਦੋਂ ਡਿਪਲੋਮਾ ਸੀ ਸਟਾਰਟ ਕਰਵਾਉਣਾ ਹੈ ਤਾਂ ਪਹਿਲਾਂ ਉਹਨੂੰ ਬੇਸਿਕ ਤੋਂ ਸਟਾਰਟ ਕਰਨਾ ਕਿਉਂਕਿ 2 ਸਾਲ ਦਾ ਡਿਪਲੋਮਾ ਹੈ। ਬੇਸਿਕ ਤੋਂ ਜਦੋਂ ਸਟਾਰਟ ਕਰਾਂਗੇ ਉਹਨੂੰ ਸਟੈਪ ਬਾय ਸਟੈਪ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਦਿੱਤੀ ਜਾਏਗੀ ਇੰਸਟੀਚਿਊਟ ਦੇ ਵਿੱਚ। ਤੁਹਾਡਾ ਮਤਲਬ ਕਿ ਅਗਰ ਬੱਚੇ ਨੇ 12th ਕੀਤੀ, ਭਾਵੇਂ ਮੈਡੀਕਲ ਸਟੂਡੈਂਟ ਹੈ ਭਾਵੇਂ ਆਰਟਸ ਸਟੂਡੈਂਟ ਹੈ, ਕਿਸੇ ਵੀ ਫੀਲਡ ਦਾ ਉਹਨੂੰ ਐਡਮਿਸ਼ਨ ਮਿਲ ਜਾਏਗਾ। ਆਰਟਸ ਸਟਰੀਮ, ਕਮਰਸ ਐਂਡ ਨॉन ਮੈਡੀਕਲ ਕੋਈ ਵੀ ਹੋ ਸਕਦਾ, ਕੋਈ ਵੀ ਬੱਚਾ। ਔਰ ਗ੍ਰੈਜੂਏਸ਼ਨ ਅਗਰ ਬੱਚੇ ਨੇ BBA BA ਕੀਤੀ ਹੈ, BTech ਕੀਤੀ ਹੈ, ਕੁਝ BBSc ਕੀਤੀ ਹੈ, ਉਹ ਬੱਚਾ ਵੀ ਕਰ ਸਕਦਾ ਹੈ। ਸੋ ਬਹੁਤ ਅੱਛੀ ਗੱਲ ਹੈ ਕਿ ਹਰ ਤਰ੍ਹਾਂ ਦੇ ਸਟੂਡੈਂਟਸ, ਕਿਸੇ ਵੀ ਫੀਲਡ ਦੇ ਸਟੂਡੈਂਟਸ ਹੋਣ, ਜੋ ਵੀ ਇਹਨਾਂ ਦੀ ਬੈਕਗ੍ਰਾਉਂਡ ਹੋਵੇ ਕਿਸੇ ਵੀ ਸਟਰੀਮ ਦੀ, ਉਹ ਬੱਚੇ ਐਲੀਜੀਬਲ ਹੋਣਗੇ ਉੱਥੇ ਇਸ ਪ੍ਰੋਗਰਾਮ ਨੂੰ ਲੈਣ ਵਾਸਤੇ ਕਿਉਂਕਿ ਇਹਨਾਂ ਨੂੰ ਬੇਸਿਕ ਤੋਂ ਹੀ ਇਹਨਾਂ ਦਾ ਸਟਾਰਟ ਹੋਏਗਾ ਸਾਰਾ। ਐਂਡ ਸਰ ਇਸ ਦੇ ਵਿੱਚ ਐਪਲੀਕੇਸ਼ਨ ਫੀ ਵੇਵਰ ਹੈਗੀ ਹੈ, ਫੀ ਸਟਰਕਚਰ, ਸਕਾਲਰਸ਼ਿਪ ਕੁਝ ਹੈਗੀ ਅਗਰ ਬੱਚੇ ਨੇ ਪਰਸੈਂਟੇਜ ਅੱਛੇ ਨੇ ਤੇ ਉਹ ਵੀ ਅਸੀਂ ਇਸ ਚੀਜ਼ ਤੇ ਵੀ ਡਿਸਕਸ ਕਰ ਰਹੇ ਹਾਂ। ਬਟ ਦ ਥਿੰਗ ਇਜ਼ ਜਿਹੜੀ ਆਪਾਂ ਫੀਸ ਰੱਖੀ ਹੋਈ ਹੈ ਆਲਰੇਡੀ, ਉਹ ਅਸੀਂ ਵੇਵ ਕਰਕੇ ਹੀ ਸਕਾਲਰਸ਼ਿਪ ਕਰਕੇ ਹੀ ਬੱਚਿਆਂ ਨੂੰ ਦੇ ਰਹੇ ਹਾਂ। 14,000 ਦਾ ਕੈਨੇਡੀਅਨ ਡਾਲਰ ਜਾਂ ਇੱਕ ਕੋਰਸ ਜਿਹੜਾ ਹੈਗਾ ਸਾਈਬਰ ਸਿਕਿਉਰਿਟੀ ਦਾ, ਉਹ 14,000 ਮਤਲਬ 1 ਸਾਲ 'ਚ ਖਤਮ ਹੋ ਰਿਹਾ ਹੈ ਕੋਰਸ। ਓਕੇ, ਉਹੀ ਸਾਈਬਰ ਸਿਕਿਉਰਿਟੀ ਕੋਰਸ ਜਿਹੜਾ ਰੈਗੂਲਰ ਬੱਚਾ ਲੈ ਰਿਹਾ ਉਹ 2 ਸਾਲ 'ਚ ਕੰਪਲੀਟ ਹੋ ਰਿਹਾ ਹੈ।
ਸੋ ਮੀਨ 24000 ਅਦਰਵਾਈਜ਼ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੀ ਫੀਸ ਜਿਹੜੀ ਹੈਗੀ ਹੈ ਮੋਰ ਦੈਨ 24000 ਹੈ ਓਕੇ ਬਟ ਅਸੀਂ ਵੇਵ ਕਰਕੇ ਬੱਚਿਆਂ ਨੂੰ ਸਕੋਲਰਸ਼ਿਪ ਦੇ ਕੇ 24000 ਰੱਖੀ ਹੋਈ ਹੈ 24000 ਲੱਗਣੀ ਹੈ ਜੀ, ਜੀ, 2 ਦੋ ਇਅਰਸ ਦੀ ਫੀਸ ਹੈ ਜਿਹੜੀ ਹੈ ਸਟੂਡੈਂਟਸ ਤੁਹਾਡੀ ਇੱਥੇ $24000 ਹੈ ਜੇ ਤੁਸੀਂ ਇਹਨੂੰ ਕੈਲਕੂਲੇਟ ਕਰੀਏ ਡਿਵਾਈਡ ਕਰੀਏ ਐਨੂਅਲੀ ਤੇ ਤੁਹਾਡੇ ਸਿਰਫ $12000 ਜਿਹੜੇ ਨੇ ਇੱਕ ਸਾਲ ਦੀ ਤੁਹਾਡੀ ਫੀਸ ਇੱਥੇ ਕਾਸਟ ਕਰ ਰਹੀ ਹੈ ਜਿਹੜੀ ਕਿ ਅਪਰੋਕਸੀਮੇਟਲੀ 7 ਲੱਖ 7 10 ਤੱਕ 7.10 ਲੱਖ ਤੱਕ ਤੁਹਾਨੂੰ ਕਾਸਟ ਕਰੇਗੀ ਜੇ ਇਹਨੂੰ ਮੈਂ ਕੰਪੇਅਰ ਕਰਾਂ ਕਿਉਂਕਿ ਮੇਰੇ ਬਹੁਤ ਸਾਰੇ ਟਾਈਪਸ ਨੇ ਕੈਨੇਡਾ ਦੇ ਵਿੱਚ ਮੇਰੇ ਕੋਲ ਘੱਟੋ ਘੱਟ 400 ਤੋਂ 450 ਕਾਲਜ ਤੇ ਯੂਨੀਵਰਸਿਟੀਜ਼ ਨਾਲ ਮੈਂ ਕੰਮ ਕਰ ਰਹੀ ਹਾਂ ਬਟ ਮੈਨੂੰ ਇੰਨੀ ਜੈਨੂਇਨ ਫੀਸ ਔਰ ਇੰਨੀ ਲੋ ਫੀਸ ਕਿਸੇ ਵੀ ਕਾਲਜ ਵਿੱਚ ਅੱਜ ਤੱਕ ਨਜ਼ਰ ਨਹੀਂ ਆਈ ਜਿਹੜੀ ਕਿ ਇਸ ਕਾਲਜ ਵਿੱਚ ਹੈਗੀ ਆ ਸਿਰਫ 7 ਜਾਂ 7.5 ਲੱਖ ਦੇ ਨਾਲ ਤੁਸੀਂ 1 ਸਾਲ ਦੀ ਫੀਸ ਆਪਣੀ ਇੱਥੋਂ ਲੈ ਕੇ ਜਾ ਸਕਦੇ ਹੋ ਤੇ ਇਸ ਪ੍ਰੋਗਰਾਮ ਨੂੰ ਕੰਪਲੀਟ ਕਰਕੇ ਆਪਣਾ ਪੋਸਟ ਸਟੱਡੀ ਵਰਕ ਪਰਮਿਟ ਲਈ ਐਲੀਜੀਬਲ ਹੁੰਦੇ ਹੋ ਤੇ ਬਹੁਤ ਫਾਇਦੇ ਵਾਲੀ ਗੱਲ ਹੈ ਸਰ ਐਂਡ ਇੱਕ ਗੱਲ ਮੈਂ ਹੋਰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਅਸੀਂ ਆਫਰ ਲੈਟਰ ਪ੍ਰੀ ਅਪਰੂਵਲ ਲੈਟਰ ਜਿਹਨੂੰ ਕਹਿ ਸਕਦੇ ਹਾਂ ਜਾਂ ਆਫਰ ਲੈਟਰ ਕਹਿੰਦੇ ਆ ਮੈਂ 24 ਆਵਰਸ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾ ਦਿਆਂ ਵੈਰੀ ਗੁੱਡ ਤੁਹਾਨੂੰ ਆਫਰ ਲੈਟਰ ਜਿਹੜੀ ਐਡਮਿਸ਼ਨ ਹੋਣ ਤੋਂ ਬਾਅਦ ਵਿਦਿਨ 1 ਡੇ ਤੁਹਾਨੂੰ ਆਫਰ ਲੈਟਰ ਇੱਥੇ ਮਿਲ ਰਹੀ ਹੈ ਫਿਰ ਫੀਸ ਪੇ ਕਰਨ ਤੋਂ ਬਾਅਦ ਤੁਹਾਨੂੰ ਐਲਓਏ ਜਿਹੜੀ ਹੈ ਫਿਰ ਉਹ ਸਾਨੂੰ ਮਿਲਦੀ ਹੈ ਕਾਲਜ ਤੋਂ ਐਕਨੋਲਜਮੈਂਟ ਮਿਲਦੀ ਹੈ ਜਿਹੜੀ ਕਿ ਅਸੀਂ ਫਾਈਲਿੰਗ ਦੇ ਵਿੱਚ ਫਿਰ ਉਸ ਡਾਕੂਮੈਂਟ ਨੂੰ ਲਗਾਉਂਦੇ ਆ ਬਟ ਸਾਨੂੰ ਇੱਕ ਪ੍ਰੀ ਆਫਰ ਲੈਟਰ ਜਿਹੜੀ ਹੈ ਵਿਦਿਨ 24 ਆਵਰਸ ਜਿਹੜੀ ਹੈ ਸਾਨੂੰ ਇੱਥੇ ਮਿਲ ਰਹੀ ਹੈ ਪ੍ਰੋਗਰਾਮਸ ਵੀ ਬਹੁਤ ਅੱਛੇ ਨੇ ਔਰ ਇੱਥੇ ਸਾਨੂੰ ਪਰਸੈਂਟੇਜ ਦੱਸੀ ਓਵਰਆਲ ਕਿੰਨੀ ਰਿਕੁਆਇਰਮੈਂਟ ਹੋਏਗੀ ਰਿਕੁਆਇਰਮੈਂਟ ਜਿਹੜੀ ਅਸੀਂ ਰੱਖੀ ਹੋਈ ਹੈ ਕਾਲਜ ਦੇ ਵਿੱਚ 55% ਜਿਹੜੀ ਕੋਰ ਸਬਜੈਕਟਸ ਨੇ ਉਹਦੀ ਆਪਾਂ 55% ਰੱਖੀ ਹੋਈ ਹੈ ਈਚ ਸਬਜੈਕਟ ਤੁਹਾਨੂੰ ਇੱਥੇ 55 ਚਾਹੀਦੇ ਹੋਣਗੇ ਐਂਡ ਓਵਰਆਲ ਸਰ ਓਵਰਆਲ ਵੀ 55% ਤੁਸੀਂ ਇੱਥੇ ਜਿਵੇਂ ਕਿ ਸੁਣ ਰਹੇ ਹੋ ਤੁਹਾਨੂੰ ਓਵਰਆਲ ਪਰਸੈਂਟੇਜ 55 ਚਾਹੀਦੇ ਹੋਣਗੇ ਫਿਰ ਹੀ ਤੁਸੀਂ ਐਲੀਜੀਬਲ ਹੋਗੇ ਇੱਥੇ ਅਪਲਾਈ ਕਰਨ ਲਈ ਕੈਂਸਲੇ ਕਾਲਜ ਵਿੱਚ ਆਪਣੀ ਐਡਮਿਸ਼ਨ ਲੈਣ ਲਈ ਔਰ ਕੋਰ ਸਬਜੈਕਟਸ ਈਚ ਸਬਜੈਕਟਸ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ ਮੇਨ ਸਬਜੈਕਟ ਕੋਰ ਸਬਜੈਕਟਸ ਦੇ ਜਿਹੜੇ ਹੁੰਦੇ ਨੇ ਮੇਨ ਸਬਜੈਕਟਸ ਹੁੰਦੇ ਨੇ ਉਸ ਦੇ ਵਿੱਚ ਤੁਹਾਨੂੰ 55 ਈਚ ਲੈਣੇ ਹੋਣਗੇ ਉਸ ਤੋਂ ਐਡੀਸ਼ਨਲ ਕੋਈ ਸਬਜੈਕਟਸ ਹੋਣਗੇ ਉਹਦੇ ਵਿੱਚ ਤੁਹਾਨੂੰ ਫੇਵਰ ਮਿਲ ਸਕਦੀ ਆ ਬਟ 55 ਈਚ ਦੀ ਰਿਕੁਆਇਰਮੈਂਟ ਹੋਏਗੀ ਇੱਥੇ ਭਾਵੇਂ ਤੁਸੀਂ ਪਲੱਸ 2 ਕੀਤੀ ਹੈ ਭਾਵੇਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਭਾਵੇਂ ਤੁਸੀਂ ਮਾਸਟਰਸ ਕੀਤੀ ਹੈ ਅਗਰ ਕਿਸੇ ਸਟੂਡੈਂਟਸ ਨੇ ਮਾਸਟਰਸ ਕੀਤੀ ਹੋਈ ਇੰਡੀਆ ਦੇ ਵਿੱਚ ਉਹ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਲਈ ਐਲੀਜੀਬਲ ਹੁੰਦੇ ਨੇ ਫਿਰ ਦੁਬਾਰਾ ਸਪੈਸ਼ਲਾਈਜੇਸ਼ਨ ਲੈ ਸਕਦੇ ਨੇ ਆਪਣੇ 2 ਸਾਲ ਦੇ ਪ੍ਰੋਗਰਾਮ ਲਈ ਤੇ ਇਹ ਨਾ ਸੋਚਣਾ ਕਿ ਮੈਂ ਮਾਸਟਰਸ ਕੀਤੀ ਹੋਈ ਹੈ ਤਾਂ ਮੈਂ ਐਲੀਜੀਬਲ ਨਹੀਂ ਹੈਗਾ ਅਗਰ ਤੁਸੀਂ ਐਮਏ ਕੀਤੀ ਐਮਕਾਮ ਕੀਤੀ ਕਿਸੇ ਵੀ ਫੀਲਡ ਤੋਂ ਤੁਸੀਂ ਕੀਤੀ ਹੈ ਸਟਿਲ ਤੁਸੀਂ ਐਲੀਜੀਬਲ ਹੋਗੇ ਅਤੇ ਆਪਣਾ ਪੀਜੀ ਪ੍ਰੋਗਰਾਮ ਅਪਲਾਈ ਕਰਨ ਵਾਸਤੇ ਸਰ ਇਸ ਤੋਂ ਇਲਾਵਾ ਹੋਰ ਜਿੱਦਾਂ ਅਸੀਂ ਐਸਟੀਐਸ ਗਾਈਡਲਾਈਨ ਨੂੰ ਫੋਲੋਸ ਕਰ ਰਹੇ ਹਾਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਸੋ ਐਸਟੀਐਸ ਗਾਈਡਲਾਈਨ ਦੇ ਵਿੱਚ ਕੀ ਹੁੰਦਾ ਸਾਨੂੰ 6 ਈਚ ਚਾਹੀਦੇ ਨੇ ਬੈਂਡਸ Okay. ਤੇ ਅਸੀਂ ਆਇਲਸ ਜਿਹੜੀ ਰੱਖੀ ਹੋਈ ਹੈ 6 ਈਚ ਰੱਖੀ ਹੋਈ ਹੈ ਬਟ we can accept 5.5 in one module ਉਹ ਵੀ ਅਸੀਂ accept ਕਰ ਰਹੇ ਹਾਂ applications ਤੇ ਇੱਥੇ ਜਿਵੇਂ ਕਿ ਤੁਸੀਂ ਸੁਣਿਆ ਕਿ ਨਪਰੀ ਜੀ ਨੇ ਸਾਨੂੰ ਇੱਥੇ ਦੱਸਿਆ ਕਿ ਤੁਸੀਂ ਅਗਰ ਤੁਹਾਡੇ 6 ਓਵਰਆਲ ਨੇ ਪਰ ਤੁਹਾਡੇ ਇੱਕ ਮੋਡਿਊਲ ਵਿੱਚ ਅਗਰ 5.5 ਬੈਂਡ ਨੇ ਸਟਿਲ ਤੁਸੀਂ ਐਲੀਜੀਬਲ ਹੋ ਆਪਣੀ ਜਿਹੜੀ ਹੈ ਐਡਮਿਸ਼ਨ ਲੈਣ ਵਾਸਤੇ ਬਾਕੀ ਦਾ ਫਾਈਲਿੰਗ ਪਾਰਟ ਹੁੰਦਾ ਐਸਓਪੀ ਦੇ ਵਿੱਚ ਅਸੀਂ ਮੈਂਸ਼ਨ ਕਰਕੇ ਤੁਹਾਡਾ ਵੀਜ਼ਾਸ ਲੈਣੇ ਆ ਬਟ ਐਡਮਿਸ਼ਨ ਤੁਹਾਡੀ ਹੋ ਜਾਂਦੀ ਅਗਰ ਐਡਮਿਸ਼ਨ ਹੋ ਜਾਂਦੀ ਹੈ ਸਾਨੂੰ ਮੌਕਾ ਮਿਲਦਾ ਹੈ ਕਿ ਆਪਣੀ ਅਸੀਂ ਫਾਈਲ ਨੂੰ ਕਿਵੇਂ ਪ੍ਰੈਜ਼ੈਂਟ ਕਰੀਏ ਤੇ ਆਪਣਾ ਵੀਜ਼ਾ ਕਿਵੇਂ ਲਈਏ ਪਰ ਅਗਰ ਜੇ ਐਡਮਿਸ਼ਨ ਹੀ ਨਹੀਂ ਹੋਏਗੀ ਤਾਂ ਅਸੀਂ ਵੀਜ਼ਾ ਕਿਵੇਂ ਲੈ ਸਕਦੇ ਹਾਂ ਇੱਥੇ ਸਾਨੂੰ ਐਡਮਿਸ਼ਨ ਪਾਰਟ ਅਗਰ ਸਾਡਾ ਕਲੀਅਰ ਹੁੰਦਾ ਹੈ ਇੱਕ ਮੋਡਿਊਲ 5.5 ਦੇ ਨਾਲ ਤੇ ਐਸਓਪੀ ਦੇ ਵਿੱਚ ਅਸੀਂ ਮਿਹਨਤ ਕਰਕੇ ਤੁਹਾਡਾ ਵੀਜ਼ਾ ਜਿਹੜਾ ਵਾ ਈਜ਼ੀਲੀ ਲੈ ਸਕਦੇ ਹਾਂ ਜਿਵੇਂ ਕਿ ਆਲਵੇਜ਼ ਫਲਾਈ ਅਬਰੋਡ ਜਿਹੜੀ ਕੰਪਨੀ ਹੈ ਆਲਵੇਜ਼ ਇਹਨਾਂ ਨੇ ਵੀਜ਼ਾ ਇਸ ਤਰ੍ਹਾਂ ਦੇ ਲਏ ਨੇ ਸਰ ਅਗਰ ਇੱਕ ਮੋਡਿਊਲ ਵਿੱਚ ਬੱਚੇ ਦੇ 5 ਨੇ ਤੇ 6.5 ਓਵਰਆਲ ਹੈ ਫਿਰ ਸਾਨੂੰ ਐਡਮਿਸ਼ਨ ਮਿਲਦੀ ਹੈ ਮੈਮ ਇਹਨਾਂ 5 ਵਾਲੀ ਐਪਲੀਕੇਸ਼ਨਸ ਅਸੀਂ ਨਹੀਂ ਫੋਕਸ ਨਹੀਂ ਕਰਦੇ ਕਿਉਂਕਿ ਅਸੀਂ ਆਪਾਂ ਨੂੰ ਬੱਚੇ ਚਾਹੀਦੇ ਨੇ ਜਿਹੜੇ ਲਾਈਕ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਨੂੰ ਡਿਵੈਲਪ ਕਰ ਸਮਝ ਗਏ ਸੋ ਅਸੀਂ ਠੀਕ ਹੈ ਸਰ ਨੇ ਜਿਵੇਂ ਕਿ ਦੱਸਿਆ ਕਿ ਅਗਰ ਸਾਡੇ ਕੋਲ 6.5 ਬੈਂਡ ਓਵਰਆਲ ਨੇ ਤੇ ਇੱਕ ਚ 5 ਨੇ ਫਿਰ ਤੁਸੀਂ ਐਲੀਜੀਬਲ ਨਹੀਂ ਹੋਗੇ ਆਪਣੀ ਇੱਥੇ ਐਡਮਿਸ਼ਨ ਕਰਵਾਉਣ ਵਾਸਤੇ ਕਿਉਂਕਿ ਤੁਹਾਨੂੰ ਵੇਵਰ ਮਿਲ ਰਹੀ ਹੈ ਸਿਰਫ ਇੱਕ ਮੋਡਿਊਲ ਦੀ ਉਹ ਵੀ 5.5 ਬੈਂਡ ਦੇ ਨਾਲ ਜੀ ਠੀਕ ਹੈ ਬਿਲਕੁਲ ਕਲੀਅਰ ਬਾਤ ਹੈ ਔਰ ਸਰ ਕੀ ਕਾਲਜ ਸਾਨੂੰ ਕੀ ਚੀਜ਼ਾਂ ਦੇ ਰਿਹਾ ਵਾ ਉੱਥੇ ਜਿਵੇਂ ਕਿ ਕੁਆਰੰਟਾਈਨ ਪਲਾਨ ਹੈਗਾ ਚੱਲ ਰਹੇ ਨੇ ਕਿਵੇਂ ਉੱਥੇ ਰਹਿਣਗੇ ਬੱਚੇ ਕੋਈ 에어ਪੋਰਟ ਪਿਕਅਪ ਹੈਗੀ ਹੈ ਜਾਂ ਕੋਈ ਚੀਜ਼ ਤੁਸੀਂ ਲੈਪਟਾਪ ਵਗੈਰਾ ਵਰਗੀ ਚੀਜ਼ਾਂ ਦੇ ਰਹੇ ਹੋ ਸਾਰਾ ਮੇਨ ਜਿੱਦਾਂ ਸਾਡੇ ਕੋਲ 40 ਡੇ ਕੁਆਰੰਟਾਈਨ ਪੈਕੇਜ ਹੈਗਾ ਅਸੀਂ ਉਹ ਬੱਚੇ ਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਜਦੋਂ ਬੱਚਾ ਉੱਥੇ ਲੈਂਡ ਕਰੇਗਾ ਓਕੇ ਐਂਡ ਦ ਅਦਰ ਥਿੰਗ ਇਜ਼ ਜਿਹੜੇ ਸਾਡੇ ਸੀਨੀਅਰਸ ਨੇ ਵੀ ਕੈਨ ਇਵਨ ਸੇ ਜਿਹੜੇ ਸਾਡੇ ਸੀਨੀਅਰਸ ਨੇ ਉਹ ਸੇਮ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਪਿਛਲੇ 20 ਸਾਲਾਂ ਤੋਂ one of them 20 years ਹੋ ਗਏ ਨੇ ਇੱਕ ਸਾਲ ਨੂੰ 10 ਸਾਲ ਹੋ ਗਏ ਨੇ ਸੋ ਦੇ ਕੈਨ ਇਵਨ ਅਸਿਸਟ ਯੂ ਹੈਲਪ ਕਰ ਸਕਦੇ ਨੇ ਕਿ ਜੌਬਸ ਨੂੰ ਕਿੱਦਾਂ ਆਪਾਂ ਗ੍ਰੈਬ ਕਰਨੀ ਹੈ ਕਿੱਦਾਂ ਓਪਰਚੁਨਿਟੀਜ਼ ਨੂੰ ਗ੍ਰੈਬ ਕਰਨਾ ਹੈ तो वो अपने फ्यूचर्स ਨੂੰ ਆਪਣਾ ਲੈ ਕੇ ਮੈਂ ਕਾਫੀ ਤੁਹਾਡੀ ਹੈਲਪ ਕਰ ਸਕਦਾ ਓਕੇ ਕੋਈ 에어ਪੋਰਟ ਪਿਕਅਪ ਜਾਂ ਕੋਈ ਲੈਪਟਾਪ ਜਾਂ ਕੋਈ ਐਕਸਟਰਾ ਐਡੀਸ਼ਨਲ ਚੀਜ਼ ਕੋਈ ਪੈਕੇਜ ਅਸੀਂ ਜਿਹੜਾ ਲਾਈਕ ਮੇਨ ਮੋਟੋ ਸਾਡਾ ਹੈਗਾ ਕੁਆਲਿਟੀ ਆਫ
ਐਜੂਕੇਸ਼ਨ ਦੇਣ ਦਾ ਮੇਨ ਮੋਟਿਵ ਹੈ ਸਾਡਾ। ਵੈਰੀ ਗੁੱਡ ਦੈਟਸ ਰੀਲੀ ਗ੍ਰੇਟ। ਕਿ ਅਸੀਂ ਬੱਚਿਆਂ ਨੂੰ ਜਿੰਨਾ ਵਧੀਆ ਪੜਾਵਾਂਗੇ ਉਹ ਉਨਾ ਹੀ ਉਹਨਾਂ ਦੇ ਫਿਊਚਰ ਵਾਸਤੇ ਵਧੀਆ ਹੈਗਾ। ਲੈਪਟਾਪਸ ਵੀ ਕੈਨ ਦੇ ਕੈਨ ਅਰਨ ਬਾਈ ਦੈਮਸੈਲਫ ਰਾਈਟ। ਸੋ ਉਹ ਸੋ ਅਟਰੈਕਟ ਕਰਨ ਲਈ ਹੁੰਦਾ ਹੈ। ਬਟ ਕੁਆਲਿਟੀ ਐਜੂਕੇਸ਼ਨ ਦਿਸ ਕਾਲਜ ਇਜ਼ ਪ੍ਰੋਵਾਈਡਿੰਗ ਯੂ ਕੁਆਲਿਟੀ ਐਜੂਕੇਸ਼ਨ ਜਿਹੜੀ ਕਿ ਬਹੁਤ ਜ਼ਰੂਰੀ ਹੈ ਬੱਚੇ ਨੂੰ ਆਪਣੀ ਸੈਟਲਮੈਂਟ ਵਾਸਤੇ, ਆਪਣੀ ਪੀਆਰ ਵਾਸਤੇ। ਤੇ ਤੁਸੀਂ ਮੇਰੇ ਖਿਆਲ ਨਾਲ ਇੱਥੇ ਮੈਂ ਸਾਰੀ ਚੀਜ਼ਾਂ ਕਲੀਅਰ ਕਰ ਚੁੱਕੀ ਹਾਂ ਤੁਹਾਨੂੰ। ਐਪਲੀਕੇਸ਼ਨ ਫੀ ਵੇਵਰ ਤੋਂ ਲੈ ਕੇ ਇਨਟੇਕਸ ਕਿਹੜੇ ਨੇ, ਫੀ ਸਟਰਕਚਰ ਕੀ ਰਹੇਗਾ, ਪ੍ਰੋਗਰਾਮਸ ਕਿਹੜੇ ਰਹਿਣਗੇ ਸਾਡੇ ਕੋਲ, ਔਰ ਇਸ ਦੇ ਵਿੱਚ ਫੀਸ ਕਿੰਨੀ ਹੈ, ਈਚ ਐਂਡ ਐਵਰੀਥਿੰਗ ਇਜ਼ ਵੈਰੀ ਮਚ ਕਲੀਅਰ ਹੋ ਗਈ ਹੈ। ਅਗਰ ਕੋਈ ਚੀਜ਼ ਰੈਡੀ ਹੋਏ ਤੇ ਸਰ ਤੁਸੀਂ ਪਲੀਜ਼ ਇੱਥੇ ਇੱਕ ਵਾਰੀ ਫੇਰ ਦੱਸ ਦਿਓ। the thing is simply ਦੋ ਕੋਰਸਿਸ ਅਸੀਂ ਲੈ ਕੇ ਆਏ ਹਾਂ। ਸਭ ਤੋਂ ਵੱਡੀ ਗੱਲ ਹੈ ਕਿਉਂਕਿ ਹਰ ਕੋਈ ਬੱਚਾ ਅੱਜ ਦੇ ਟਾਈਮ ਵਿੱਚ ਜਿਹੜੀਆਂ ਚੀਜ਼ਾਂ ਪੁੱਛਦਾ ਹੁੰਦਾ ਹੈ, DLI ਨੰਬਰ ਪੁੱਛ ਲੇਗਾ, ਸਰ ਵੀ ਆਰ ਅਪਰੂਵਡ। ਦੈਨ ਪੋਸਟ ਸਟੱਡੀ ਵਰਕ ਪਰਮਿਟ ਜਿਹਨੂੰ ਕਹਿੰਦੇ ਆ ਉਹ ਵੀ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ। SDS ਗਾਈਡਲਾਈਨ ਅਸੀਂ ਫੋਲੋ ਕਰ ਰਹੇ ਹਾਂ। ਐਂਡ ਦੋ ਕੋਰਸਿਸ ਦੇ ਨਾਲ ਆਏ ਇੰਡਸਟਰੀ ਦੇ ਵਿੱਚ ਸਾਈਬਰ ਸਿਕਿਉਰਿਟੀ, ਐਥੀਕਲ ਹੈਕਿੰਗ ਐਂਡ ਸੌਫਟਵੇਅਰ ਕੁਆਲਿਟੀ ਅਸ਼ੋਰੈਂਸ। ਦੋਨਾਂ ਦੀ ਫੀਸ 2 ਸਾਲ ਦੇ ਡਿਪਲੋਮਾਸ ਨੇ, ਦੋਨਾਂ ਦੀ ਫੀਸ $24,000 ਕੈਨੇਡੀਅਨ ਡਾਲਰ ਹੈ। ਐਂਡ ਜਿਹੜਾ ਬੱਚੇ ਨੂੰ ਜਿਹੜਾ ਆਫਰ ਲੈਟਰ ਹੈ ਵਿਦਿਨ ਡੇ ਆਪਾਂ ਪ੍ਰੋਵਾਈਡ ਕਰਵਾਵਾਂਗੇ। ਐਂਡ ਰੈਸਟ ਆਫ ਦ ਥਿੰਗਸ ਠੀਕ ਹੈ। ਮੇਰੇ ਖਿਆਲ ਨਾਲ ਇੱਥੇ ਮੈਂ ਸਾਰਾ ਕੁਝ ਕਲੀਅਰ ਕਰ ਚੁੱਕੀ ਹਾਂ। ਫਿਰ ਵੀ ਅਗਰ ਕੋਈ ਚੀਜ਼ ਇਸ ਵੀਡੀਓ ਦੇ ਵਿੱਚ ਰਹਿ ਗਈ ਹੋਵੇ ਤੁਸੀਂ ਮੈਨੂੰ ਮੇਰੇ ਪਰਸਨਲ ਨੰਬਰ ਤੇ ਕਾਲ ਕਰਕੇ ਮੇਰੇ ਤੋਂ ਇਨਫੋਰਮੇਸ਼ਨ ਬਰੀਫਲੀ ਲੈ ਸਕਦੇ ਹੋ। ਕੋਈ ਵੀ ਚੀਜ਼ ਇੱਥੇ ਅਗਰ ਨਹੀਂ ਸਮਝ ਪਾਏ ਹੋ ਤੁਸੀਂ ਪਲੀਜ਼ ਮੇਰੇ ਨੰਬਰ ਤੇ ਮੈਨੂੰ ਕਾਲ ਕਰੋ। ਮੈਂ ਆਲਵੇਜ਼ ਹਾਜ਼ਰ ਹਾਂ ਤੁਹਾਨੂੰ ਇਨਫੋਰਮੇਸ਼ਨ ਦੇਣ ਲਈ। ਬੇਸ਼ੱਕ ਤੁਸੀਂ ਫਾਈਲ ਲਗਾਓ ਜਾਂ ਨਾ ਲਗਾਓ, ਪਰ ਤੁਹਾਨੂੰ ਇਨਫੋਰਮੇਸ਼ਨ ਦੇਣੀ ਮੈਂ ਆਪਣਾ ਫਰਜ਼ ਸਮਝਦੀ ਹਾਂ ਕਿ ਸਟੂਡੈਂਟਸ ਨੂੰ ਐਟਲੀਸਟ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਾਲਜਿਸ ਦੇ ਵਿੱਚ ਕਿਹੜੀ ਚੀਜ਼ਾਂ ਅਵੇਲੇਬਲ ਨੇ ਤੇ ਅਸੀਂ ਜਿਹੜਾ ਵਾ ਕਿੱਥੇ ਐਲੀਜੀਬਲ ਹੁੰਦੇ ਆ। ਸੋ ਮੇਰੇ ਖਿਆਲ ਨਾਲ ਸਭ ਕੁਝ ਇੱਥੇ ਕਲੀਅਰ ਹੈ ਤੇ ਬਹੁਤ ਤੁਹਾਡਾ ਸਾਰਿਆਂ ਦਾ ਥੈਂਕਸ ਕਿ ਆਲਵੇਜ਼ ਤੁਸੀਂ ਮੇਰੀ ਜਿਹੜੀ ਇਨਫੋਰਮੇਟਿਵ ਵੀਡੀਓਜ਼ ਜਿਹੜੀਆਂ ਮੈਂ ਸ਼ੇਅਰ ਕਰਦੀ ਰਹਿੰਦੀ ਹਾਂ ਆਏ ਦਿਨ ਤੁਸੀਂ ਉਹਨਾਂ ਦੇ ਉੱਤੇ ਜਿਹੜਾ ਵਾ ਗੌਰ ਕਰਦੇ ਹੋ ਤੇ ਰეკਮੈਂਡ ਕਰਦੇ ਹੋ ਫਲਾਈ ਅਬਰੋਡ ਨੂੰ। ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਜ਼ਿਆਦਾ ਥੈਂਕਸ। ਜਿੰਨੇ ਵੀ ਲੋਕ ਮੇਰੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ, ਮੇਰੇ ਕੋਲ ਮੇਰੇ YouTube ਚੈਨਲ ਤੇ ਜਿੰਨੇ ਵੀ ਸਬਸਕ੍ਰਾਈਬਰਸ ਨੇ, ਇੰਸਟਾ ਤੇ ਨੇ, ਬਹੁਤ ਸਾਰੇ ਪਲੇਟਫਾਰਮਸ ਤੇ ਮੇਰੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਵੀ ਬਹੁਤ ਜ਼ਿਆਦਾ ਥੈਂਕਸ।